ਅਨਜਾਨ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਤੁਸੀਂ ਮੇਰੇ ਨਾਲ ਐਨਟੀਟੀ ਦੇ ਬੈਚ ਦੇ ਵਿੱਚ ਜੁੜੇ ਹੋਏ ਹੋ ਤੇ ਤੁਹਾਡਾ ਐਨਟੀਟੀ ਦੇ ਜੀਕੇ ਦੇ ਪੋਰਸ਼ਨ ਦੇ ਵਿੱਚ ਜੋ ਕਿ ਏ ਪੋਰਸ਼ਨ ਆ ਉਹਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਆ ਬੁੱਕਸ ਐਂਡ ਆਥਰਸ। ਕਿਹੜੀਆਂ ਇੰਪੋਰਟੈਂਟ ਬੁੱਕਸ ਹੋਈਆਂ ਨੇ ਤੇ ਕਿਹੜੇ ਉਹਨਾਂ ਦੇ ਆਥਰ ਹੋਏ ਆ। ਅਸੀਂ ਜੋ ਕਰੰਟ ਬੁੱਕਸ ਅਪ ਟੂ ਡੇਟ ਰਿਲੀਜ਼ ਹੁੰਦੀਆਂ ਨੇ ਹਨਾ ਹੁਣ ਲਾਂਚ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਕਰੰਟ ਅਫੇਅਰਸ ਦੇ ਵਿੱਚ ਹੀ ਕਵਰ ਕਰ ਲਾਂਗੇ। ਪਰ ਜਿਹੜੀਆਂ ਕੁਝ ਬੁੱਕਸ ਐਵੇਂ ਦੀਆਂ ਨੇ ਜੋ ਇਤਿਹਾਸ ਦੇ ਵਿੱਚ ਲਿਖੀਆਂ ਜਾ ਚੁੱਕੀਆਂ ਪਰ ਉਹ ਤੁਹਾਡੇ ਪੇਪਰ ਦੇ ਲਈ ਬਹੁਤ ਹੀ ਇੰਪੋਰਟੈਂਟ ਨੇ। ਵੈਸੇ ਬਹੁਤ ਜ਼ਿਆਦਾ ਗਿਣਤੀ ਆ ਇੰਪੋਰਟੈਂਟ ਬੁੱਕਸ ਦੀ ਵੀ, ਪਰ ਐਨਟੀਟੀ ਦੇ ਪੇਪਰ ਦੇ ਲਈ ਜਿਹੜੀਆਂ ਬਹੁਤ ਇੰਪੋਰਟੈਂਟ ਹੋ ਸਕਦੀਆਂ ਬਹੁਤ ਜ਼ਿਆਦਾ ਕਾਮਨ ਬੁੱਕਸ ਨੇ ਅਸੀਂ ਸਿਰਫ ਉਹਨਾਂ ਬੁੱਕਸ ਨੂੰ ਹੀ ਡਿਸਕਸ ਕਰਾਂਗੇ। ਅਗੇਨ ਜੋ ਸਾਡਾ ਆਨਲਾਈਨ ਬੈਚ ਚੱਲ ਰਿਹਾ ਹੈ ਉਹਦੇ ਵਿੱਚ ਇਹ ਕੰਪਲੀਟ ਕਰਵਾਇਆ ਜਾਊਗਾ ਜੋ ਵੀ ਇੰਪੋਰਟੈਂਟ ਟੌਪਿਕਸ ਨੇ ਜੀਕੇ ਦੇ ਫ੍ਰੀ ਆਫ ਕਾਸਟ। ਉਸ ਬੈਚ ਦੇ ਵਿੱਚ ਵੀ ਜੋ 1200 ਰੁਪਏ ਵਾਲਾ ਚੱਲ ਰਿਹਾ, ਪਰ ਨਾਲ ਹੀ ਇਹਦਾ ਕੁਝ ਪੋਰਸ਼ਨ ਆ ਜਿਹੜਾ ਉਹ YouTube ਦੇ ਉੱਪਰ ਵੀ ਅਪਲੋਡ ਕੀਤਾ ਜਾਊਗਾ ਉਹਨਾਂ ਬੱਚਿਆਂ ਦੇ ਲਈ ਜਿਹੜੇ ਫ੍ਰੀ ਆਫ ਕਾਸਟ ਸਾਡੇ ਨਾਲ ਜੁੜੇ ਹੋਏ ਨੇ ਪੇਡ ਗਰੁੱਪ ਦੇ ਵਿੱਚ ਨਹੀਂ ਗਏ। ਠੀਕ ਹੈ ਜੀ, ਤਾਂ ਅਸੀਂ ਸਟਾਰਟ ਕਰਦੇ ਹਾਂ। ਸਾਡੇ ਕੋਲ ਕਿਹੜੀਆਂ ਬੁੱਕਸ ਨੇ ਤੇ ਕਿਹੜੇ ਆਥਰਸ ਨੇ। ਸਭ ਤੋਂ ਪਹਿਲਾਂ ਸਾਡੇ ਕੋਲ ਜੋ ਬੁੱਕ ਹੈਗੀ ਉਹ ਹੈਗੀ ਆ ਵਿਲੀਅਮ ਸ਼ੇਕਸਪੀਅਰ ਦੇ ਦੁਆਰਾ ਲਿਖੀਆਂ ਗਈਆਂ। ਠੀਕ ਹੈ, ਵਿਲੀਅਮ ਸ਼ੇਕਸਪੀਅਰ ਤੁਸੀਂ ਸਾਰਿਆਂ ਨੇ ਨਾਮ ਸੁਣਿਆ ਹੋਣਾ। ਪੋਇਟਰੀ ਦੇ ਖੇਤਰ ਦੇ ਵਿੱਚ ਇੰਗਲਿਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕੋਈ ਪਰਸਨ ਨੋਨ ਆ ਹਨਾ ਪੋਇਮਾਂ ਲਿਖਣ ਦੇ ਵਿੱਚ ਕਵਿਤਾਵਾਂ ਲਿਖਣ ਦੇ ਵਿੱਚ ਤਾਂ ਉਹ ਕੌਣ ਸੀਗਾ? ਵਿਲੀਅਮ ਸ਼ੇਕਸਪੀਅਰ। ਠੀਕ ਹੈ ਜੀ, ਇਹਦੀਆਂ ਜਿਹੜੀਆਂ ਬਹੁਤ ਹੀ ਇੰਪੋਰਟੈਂਟ ਪਤਾ ਨਹੀਂ ਕਿੰਨੀਆਂ ਕੁ ਬੁੱਕਸ ਨੇ ਜਿਹੜੀਆਂ ਬੰਦੇ ਨੇ ਲਿਖੀਆਂ, ਪਤਾ ਨਹੀਂ ਕਿੰਨੀਆਂ ਕਵਿਤਾਵਾਂ ਨੇ ਕਿੰਨੇ ਕੁ ਨਾਟਕ ਨੇ ਜੋ ਇਹਨੇ ਲਿਖੇ ਆ, ਪਰ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਰਚਨਾਵਾਂ ਜੋ ਬਹੁਤ ਇੰਪੋਰਟੈਂਟ ਬੁੱਕਸ ਆ ਉਹਨਾਂ ਦੇ ਵਿੱਚ ਹੈ ਇਹਦੀ ਕਿੰਗ ਲੀਅਰ। ਠੀਕ ਹੈ, ਕਿੰਗ ਲੀਅਰ, ਕਮੇਡੀ ਆਫ ਐਰਰਸ। ਦੇਖੋ ਮੈਂ ਇਹਨਾਂ ਨੂੰ ਪੰਜਾਬੀ 'ਚ ਨਹੀਂ ਕਰਾ ਸਕਦੀ ਕਿਉਂਕਿ ਇਹ ਬੁੱਕਸ ਹੈ ਹੀ ਇੰਗਲਿਸ਼ ਦੇ ਵਿੱਚ ਹਨਾ। ਇੰਨਾ ਜ਼ਰੂਰ ਕਰ ਸਕਦੇ ਹਾਂ ਆਪਾਂ ਜਿਵੇਂ ਇਹ ਲਿਖ ਦਈਏ ਕਮੇਡੀ ਆਫ ਐਰਰ, ਪਰ ਇਸ ਤਰੀਕੇ ਨਾਲ ਤੁਹਾਨੂੰ ਆਉਣ ਦੀ ਸੰਭਾਵਨਾ ਬਹੁਤ ਘੱਟ ਆ। ਠੀਕ ਹੈ, ਕਮੇਡੀ ਆਫ ਐਰਰਸ, ਰੋਮੀਓ ਐਂਡ ਜੂਲੀਅਟ। ਠੀਕ ਹੈ, ਇਹ ਵੀ ਇਹਦੀ ਇੰਪੋਰਟੈਂਟ ਬੁੱਕ ਆ। ਦ ਟੈਂਪੇਸਟ, ਜੂਲੀਅਸ ਸੀਜ਼ਰ ਐਂਡ ਓਥੋਲੀਓ। ਠੀਕ ਹੈ ਜੀ, ਤਾਂ ਇਹ ਯਾਦ ਕਰਨੀ ਆ ਕਿੰਗ ਲੀਅਰ, ਕਮੇਡੀ ਆਫ ਐਰਰ, ਰੋਮੀਓ ਐਂਡ ਜੂਲੀਅਟ, ਦ ਟੈਂਪੇਸਟ, ਜੂਲੀਅਸ ਸੀਜ਼ਰ ਐਂਡ ਓਥੋਲੀਓ। ਤਾਂ ਇਹ ਕਿਹੜੀਆਂ ਹੈਗੀਆਂ ਨੇ? ਵਿਲੀਅਮ ਸ਼ੇਕਸਪੀਅਰ ਦੀਆਂ ਇੰਪੋਰਟੈਂਟ ਬੁੱਕਸ। ਠੀਕ ਹੈ, ਨੈਕਸਟ ਆਪਣੇ ਕੋਲ ਪਲੈਟੋ ਦੀ ਜੋ ਬੁੱਕ ਹੈਗੀ ਆ ਰਿਪਬਲਿਕ, ਮੋਸਟ ਇੰਪੋਰਟੈਂਟ ਬੁੱਕ ਆ। ਪੋਲਿਟੀ ਦੇ ਖੇਤਰ ਦੇ ਵਿੱਚ ਰਾਜਨੀਤੀ ਦੇ ਖੇਤਰ ਦੇ ਵਿੱਚ ਇਹ ਬੁੱਕ ਨੂੰ ਬੇਸਿਕ ਮੰਨਿਆ ਜਾਂਦਾ, ਬਹੁਤ ਹੀ ਇੰਪੋਰਟੈਂਟ ਬੁੱਕ ਹੈ ਵਾਲੀ। ਠੀਕ ਹੈ, ਨੈਕਸਟ ਆਪਣੇ ਕੋਲ ਥੋਮਸ ਮੂਰ ਨੇ ਜੋ ਬੁੱਕ ਲਿਖੀ ਉਹ ਹੈ ਅਥੋਪੀਆ। ਠੀਕ ਹੈ ਜੀ, ਅਥੋਪੀਆ। ਦੇਖੋ ਇਹ ਵਾਲੀਆਂ ਬੁੱਕਸ ਕਿਉਂ ਇੰਪੋਰਟੈਂਟ ਨੇ, ਖਾਸ ਕਰਕੇ ਵਿਲੀਅਮ ਸ਼ੇਕਸਪੀਅਰ ਦੀ, ਪਲੂਟੋ ਦੀ। ਇਹ ਤੁਹਾਨੂੰ ਸਿਰਫ ਜੀਕੇ ਦੇ ਪਰਸਪੈਕਟਿਵ ਨਾਲ ਹੀ ਇੰਪੋਰਟੈਂਟ ਨਹੀਂ, ਐਨਟੀਟੀ ਵਾਲਿਆਂ ਨੂੰ ਜਿਵੇਂ ਇੱਕ ਸਪੈਸ਼ਲ ਟੌਪਿਕ ਦੇ ਤੌਰ ਤੇ ਦੱਸੀਆਂ ਗਈਆਂ ਸਪੈਸ਼ਲ ਟੌਪਿਕ ਵੀ ਆ ਤੁਹਾਨੂੰ। ਤੇ ਜਿਹੜਾ ਤੁਹਾਨੂੰ ਹਿਸਟਰੀ ਐਡ ਕੀਤੀ ਹੋਈ ਆ ਉਹਨਾਂ ਨੇ ਸੋਸ਼ਲ ਸਟੱਡੀ ਦੇ ਵਿੱਚ, ਉਹਦੇ 'ਚ ਇੱਕ ਟੌਪਿਕ ਆ ਰਨੇਸੈਂਸ ਵਾਲਾ, ਪੁਨਰ ਜਾਗਰਣ ਵਾਲਾ। ਉਹਦੇ 'ਚ ਵੀ ਇਹ ਵਾਲੀਆਂ ਬੁੱਕਸ ਜਿਹੜੀਆਂ 4-5 ਖਾਸ ਕਰਕੇ ਲੀਓ ਟੋਲਸਟਾਏ ਤੱਕ ਜਾਂ ਥੋਮਸ ਮੂਰ ਤੱਕ ਇਹ ਬਹੁਤ ਹੀ ਇੰਪੋਰਟੈਂਟ ਨੇ ਉਸ ਪਰਸਪੈਕਟਿਵ ਤੋਂ ਵੀ, ਤੁਹਾਡੇ ਹਿਸਟੋਰੀਕਲ ਪਰਸਪੈਕਟਿਵ ਤੋਂ ਵੀ। ਤਾਂ ਜੇ ਇੱਥੇ ਜੀਕੇ 'ਚ ਨਾ ਪੁੱਛੀਆਂ ਗਈਆਂ ਤਾਂ ਕੁਛ ਨਹੀਂ ਪਤਾ ਕਿ ਉਹ ਤੁਹਾਨੂੰ ਹਿਸਟਰੀ ਦੇ ਪਰਸਪੈਕਟਿਵ ਤੋਂ ਇਹ ਕੁਐਸਚਨ ਪੁੱਛ ਲੈਣ। ਠੀਕ ਹੈ ਜੀ, ਅਗਲੀ ਬੁੱਕ ਹੈਗੀ ਆਪਣੇ ਕੋਲ ਲੀਓ ਟੋਲਸਟਾਏ ਦੀ। ਬੁੱਕ ਦਾ ਨਾਮ ਹੈ ਵਾਰ ਐਂਡ ਪੀਸ। ਲੀਓ ਟੋਲਸਟਾਏ ਨੇ ਜਿਹੜੇ, ਠੀਕ ਹੈ, ਲੀਓ ਟੋਲਸਟਾਏ ਦਾ ਪ੍ਰਭਾਵ ਗਾਂਧੀ ਜੀ ਉੱਪਰ ਸੀ। ਠੀਕ ਹੈ, ਗਾਂਧੀ ਜੀ ਜੋ ਵੀ ਉਹਨਾਂ ਦੀ ਆਈਡੀਓਲੋਜੀ ਆ ਗਾਂਧੀ ਦੀ, ਉਹਦੇ ਉੱਪਰ ਕਾਫੀ ਪ੍ਰਭਾਵ ਲੀਓ ਟੋਲਸਟਾਏ ਦਾ ਵੀ ਸੀ। ਅੱਗੇ ਹੈਗਾ ਚਾਰਲਸ ਡਿਕਨ ਦੀ ਬੁੱਕ ਦਾ ਨਾਮ ਹੈਗਾ ਆ ਟੇਲ ਆਫ ਟੂ ਸਿਟੀਜ਼, ਦੋ ਸਿਟੀਜ਼ ਦੀ ਕਹਾਣੀ। ਠੀਕ ਹੈ, ਦੋ ਸਿਟੀਜ਼, ਦੋ ਜੋ ਸ਼ਹਿਰ ਨੇ ਉਹਨਾਂ ਦੀ ਸਟੋਰੀ ਚਾਰਲਸ ਡਿਕਨ ਨੇ ਲਿਖੀ ਆ। ਅੱਗੇ ਹੈਗਾ ਐਡਮ ਸਮਿਥ। ਇਹ ਵੀ ਪਰਸਨ ਬਹੁਤ ਇੰਪੋਰਟੈਂਟ ਆ। ਕਿਉਂ ਇੰਪੋਰਟੈਂਟ ਆ? ਕਿਉਂਕਿ ਇਹ ਫਾਦਰ ਮੰਨਿਆ ਜਾਂਦਾ, ਫਾਦਰ ਆਫ ਇੰਡੀਅਨ ਇਕਨੋਮਿਕਸ। ਠੀਕ ਹੈ ਜੀ, ਤਾਂ ਜਿਹੜੀ ਭਾਰਤ ਦੇ ਵਿੱਚ ਅਸੀਂ ਅਰਥ ਸ਼ਾਸਤਰ ਪੜ੍ਹਦੇ ਹਾਂ, ਭਾਰਤੀ ਅਰਥ ਸ਼ਾਸਤਰ ਦਾ ਪਿਤਾਮਾ ਐਡਮ ਸਮਿਥ। ਇਹਦੀ ਜਿਹੜੀ ਮੋਸਟ ਇੰਪੋਰਟੈਂਟ ਬੁੱਕ ਆ ਵੈਲਥ ਆਫ ਨੇਸ਼ਨਸ। ਠੀਕ ਹੈ, ਨੈਕਸਟ ਆ ਕਾਰਲ ਮਾਰਕਸ ਦੀ ਬਹੁਤ ਇੰਪੋਰਟੈਂਟ ਬੁੱਕ ਦਾਸ ਕੈਪੀਟਲ, ਜਿਹਨੇ ਕਿ ਮਾਰਕਸਵਾਦ ਦੀ ਸ਼ੁਰੂਆਤ ਕੀਤੀ ਸੀ, ਉਹਦੀ ਬਹੁਤ ਹੀ ਇੰਪੋਰਟੈਂਟ ਬੁੱਕ ਹੈਗੀ ਆ ਦਾਸ ਕੈਪੀਟਲ। ਦੈਨ ਹੈਗਾ ਆਪਣੇ ਕੋਲ ਰੂਸੋ। ਇਹ ਤੁਹਾਡੇ ਐਜੂਕੇਸ਼ਨ ਤੋਂ ਬਹੁਤ ਇੰਪੋਰਟੈਂਟ ਆ, ਐਨਟੀਟੀ ਵਾਲਿਆਂ ਲਈ ਇਹ ਵਾਲੀ ਬੁੱਕ ਵੀ ਬਹੁਤ ਇੰਪੋਰਟੈਂਟ ਆ, ਰੂਸੋ ਇਮਾਇਲ।
ठीक है। ये जे तुहानू जीके च ना पूछी गई तो तुहानू जो तुहाडा डी पार्ट हैगा जां ई पार्ट हैगा उहदे च भी पूछी जा सकती है, ठीक है। रूसो की बुक हैगी आ इमाइल। दैन हैगा ये भी बहुत इंपॉर्टेंट है, तो ये भी एक बुक बहुत ज़्यादा इंपॉर्टेंट है, डॉक्टर APJ अब्दुल कलाम। तुहानू सारिਆਂ ਨੂੰ पता होगा साडे फॉर्मर राष्ट्रपति रहे ने, है ना, राष्ट्रपति सीगे साडे ये डॉक्टर अब्दुल कलाम। ते नाल ही डॉक्टर अब्दुल कलाम दे बारे जिहड़ी इंपॉर्टेंट गल होई है कि ये पहले साइंटिस्ट राष्ट्रपति सी, पहले साइंसदान राष्ट्रपति। तुहानू पता होगा मिजाइल मैन आखदे आ, मिजाइल की खोज इन्हां ने कीती है ना। तो APJ अब्दुल कलाम बहुत इंपॉर्टेंट परसन। इन्हां दी बुक थोड़ा चिर होया इनू लॉन्च हुई नू, विंग्स ऑफ फायर। क्यों इंपॉर्टेंट है? क्योंकि ये डॉक्टर APJ अब्दुल कलाम की ऑटोबायोग्राफी है, ठीक है जी। ऑटोबायोग्राफी है की मतलब आ कि इन्हां दी स्वै जीवनी, आपदे जीवन के बारे च उन्होंने विंग्स ऑफ फायर बुक लिखी है। इनू स्टार कर लो, डबल स्टार कर लो, मोस्ट इंपॉर्टेंट बुक आ। दैन हैगी आ इंडिया 2020 आ विजन फॉर द न्यू मिलेनियम, ठीक है। ਜਿਹੜਾ इंडिया हैगा 2020 ਦੇ ਵਿੱਚ ਕਿਵੇਂ ਦਾ ਹੋਊਗਾ ਉਹਦੇ ਨਾਲ ਰਿਲੇਟਡ ਕਰਦੀ बुक हैगी आ, रिलेट करती बुक आ इंडिया 2020। वो भी किन्ना ने लिखी आ? अब्दुल कलाम ने। दैन हैगी आ इग्नाइटेड माइंड्स द लीशिंग पावर, अनलीशिंग पावर इन पावर विद इन इंडिया, ठीक है। भारत दे विच किस तरीके की पावर हैगी आ, किन्नी ਉਹਦੇ कोल रिसोर्सिस ने, ਉਹਦੇ ਨਾਲ रिलेट करती बुक हैगी इग्नाइटेड माइंड्स। नैक्सट बुक हैगी आ माई जर्नी ट्रांसफॉर्मिंग ड्रीम इनटू एक्शन। जिहड़ी ये भी इन्हां दी आपदी एक जीवनी कह सकते हैं, आपदा एक एक्सपीरियंस आ, ठीक है। जिहड़ा डॉक्टर APJ अब्दुल कलाम दा आपदा एक्सपीरियंस आ, माई जर्नी ट्रांसफॉर्मिंग ड्रीम इनटू एक्शन। जिहड़े सुपने ने उन्हां नूं असलीयत दे विच लैके आउण दे बारे च ये बुक आ, ठीक है जी। नैक्सट बुक ये तुसीं काफ़ी सुनी होनी है, अमृता प्रीतम दी। बुक का नाम की सीगा? कागज ते कैनवस। ये बुक बेशक थोनू पंजाबी च पूछना क्योंकि है ही पंजाबी च, ठीक है जी। तो बाकी सारिया बुक्स इंग्लिश के विच तुहानू याद इंग्लिश के विच ही करनिया पैणगियां, रट्टे नहीं मारने। अगेन इन्हां दे ना वो जीके कैवे दी चीज़ आ जिहदे उपर तुसीं रट्टे नहीं मार सकते, सिर्फ इस चों गो थ्रू होवो, ठीक है। ये चो लंघो, 2-3 बारी इनू पढ़ लो, रट्टे ना मारो। क्योंकि जे तुहानू ये क्वेश्चन आउंदा होया, तुसीं पढ़िया होया, तो तुहानू जो 4 ऑप्शन होणगे उहदे चों एक ऑप्शन क्लीयरली पता लग जूगी जे तुसीं गो थ्रू होए होए आ, ठीक है जी। नैक्सट बुक अपने कोल खुशवंत सिंह दी। खुशवंत सिंह पंजाबी राइटर होया ते इन्हां ने सफरनामा लिखिया सी, ट्रेन टू पाकिस्तान। सफरनामा सीगा ये, ठीक है जी। अगे है चेतन भगत, इन्हां दा नाम तुसीं काफ़ी सुनिया होना ना, 2 फिल्मां भी इन्हां दी बुक्स दे विचों बन चुकियां, हाफ गर्लफ्रेंड ते 2 स्टेट्स। चेतन भगत ने इंडियन राइटर आ, ते इन्हां दी एक बहुत 2 ज़्यादा प्रसिद्ध बुक्स ने, एक तो हाफ गर्लफ्रेंड जिहदे उपर भी फिल्म बन चुकी आ, ते एक 2 स्टेट्स, ठीक है। इस तो बिना रेवोल्यूशन 2020 क्रांति जिहड़ी 2020 दे विच होऊगी। तो नैक्सट बुक हैगी आ वट यंग इंडिया वॉन्ट्स, ठीक है। जिहड़े यंग इंडिया मतलब यंग पीपल ने इंडिया दे, वो की चाहुंदे आ, ये उहदे नाल रिलेटेड बुक्स आ। ते 4 बुक्स हैगियां चेतन भगत दियां, हाफ गर्लफ्रेंड, दूजा 2 स्टेट्स, तीजी हैगी आ रेवोल्यूशन 2020 ते चौथी हैगी आ वट इंडिया वॉन्ट्स। नैक्सट बुक हैगी आ महात्मा गांधी जी के बारे। महात्मा गांधी जी बारे तुहानू सारिਆਂ ਨੂੰ बहुत कुछ पता है ना। तो महात्मा गांधी जी जी बहुत इंपॉर्टेंट बुक हैगी हिंद स्वराज ते एक उन्हां दी आपदी ऑटोबायोग्राफी आ, स्वै जीवनी ऑटोबायोग्राफी, माई एक्सपेरीमेंट विद ट्रुथ, ठीक है। इन्हूं भी स्टार कर लो, माई एक्सपेरीमेंट विद ट्रुथ ऑटोबायोग्राफी है की दी? महात्मा गांधी दी। दादा भाई नरौजी नूं ग्रैंड ओल्ड मैन ऑफ इंडिया आखदे आ, ग्रैंड ओल्ड मैन ऑफ इंडिया, ठीक है जी, ग्रैंड ओल्ड मैन ऑफ इंडिया। इन्हां दी जिहड़ी बहुत इंपॉर्टेंट बुक आ हैगी पॉवर्टी एंड अन ब्रिटिश रूल इन इंडिया। पॉवर्टी एंड अन ब्रिटिश रूल इन इंडिया। इन्हां ने इस बुक दे विच ड्रेनेज ऑफ वैल्थ, जिन्हों पंजाबी दे विच आखदे आपां धन दी निकासी,
मतलब ਕੀ ਸੀਗਾ ਕਿ ਅੰਗਰੇਜ਼ ਭਾਰਤ ਦੇ ਵਿੱਚੋਂ ਧਨ ਨੂੰ ਆਪਦੇ ਯੂਕੇ ਦੇ ਵਿੱਚ ਲਿਜਾ ਰਹੇ ਸੀ, ਇੰਗਲੈਂਡ ਦੇ ਵਿੱਚ ਲਿਜਾ ਰਹੇ ਸੀਗੇ, ਤਾਂ ਉਹਨੂੰ ਉਹਨੇ ਧਨ ਦੀ ਨਿਕਾਸੀ ਆਖਿਆ ਦਾਦਾ ਭਾਈ ਨਰੌਜੀ ਨੇ। ਠੀਕ ਹੈ ਜੀ, ਤਾਂ ਕਿਹੜੀ ਬੁੱਕ ਦੇ ਵਿੱਚੋਂ ਕਨਸੈਪਟ ਲਿਆ ਗਿਆ? ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ। ਨੈਕਸਟ ਹੈ ਆਪਣੇ ਕੋਲ ਲੇਡੀ ਐਨੀ ਬਸੰਤ। ਐਨੀ ਬਸੰਤ ਦੀ ਜਿਹੜੀ ਬੁੱਕ ਹੈਗੀ ਉਹ ਹੈਗੀ ਆ ਵੇਕ ਅਪ ਇੰਡੀਆ। ਐਨੀ ਬਸੰਤ ਦੀ ਗੱਲ ਕਰਦੇ ਆ ਤਾਂ ਐਨੀ ਬਸੰਤ ਹੈਗੀ ਆ ਜਿਹੜੀ ਫਸਟ ਇੰਡੀਅਨ ਨੈਸ਼ਨਲ ਕਾਂਗਰਸ ਦੀ ਫਸਟ ਫੀਮੇਲ, ਠੀਕ ਹੈ, ਲੀਡਰ ਰਹੀ ਆ। ਸੈਸ਼ਨਸ ਹੁੰਦੇ ਸੀ ਨਾ ਅਲੱਗ-ਅਲੱਗ, ਜੋ ਆਪਾਂ ਕਿ ਪ੍ਰਧਾਨਗੀ ਕਿਹਨੇ ਕੀਤੀ ਹੈ ਨਾ, ਜੇ 1885 ਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੁੰਦੀ ਹੈ 1885 ਚ, ਤਾਂ ਉਦੋਂ ਕਿਹਨੇ ਪ੍ਰਧਾਨਗੀ ਕੀਤੀ? ਠੀਕ ਹੈ, ਉਸ ਤੋਂ ਬਾਅਦ ਜੇ ਅਸੀਂ ਆਖੀਏ 1886 ਚ ਕਿਹਨੇ ਪ੍ਰਧਾਨਗੀ ਕੀਤੀ? ਹਰ ਜਗ੍ਹਾ ਹਰ ਸਾਲ ਜਿਹੜਾ ਸੈਸ਼ਨ ਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਅਲੱਗ-ਅਲੱਗ ਜਗ੍ਹਾ ਤੇ ਹੁੰਦਾ ਸੀ। ਤਾਂ ਐਨੀ ਬਸੰਤ ਪਹਿਲੀ ਔਰਤ ਸੀਗੀ ਜਿਹਨੇ ਕਿ ਪ੍ਰਧਾਨਗੀ ਕੀਤੀ ਸੀਗੀ ਇੰਡੀਅਨ ਨੈਸ਼ਨਲ ਕਾਂਗਰਸ ਦੀ। ਠੀਕ ਹੈ, ਪਹਿਲੀ ਫੀਮੇਲ, ਕਿਉਂਕਿ ਉਸ ਤੋਂ ਪਹਿਲਾਂ ਸਾਰੇ ਬੰਦੇ ਹੀ ਪ੍ਰਧਾਨਗੀ ਕਰ ਰਹੇ ਸੀਗੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨਾਂ ਦੀ, ਤੇ ਪਹਿਲੀ ਫੀਮੇਲ ਆ ਜਿਹਨੇ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਸੈਸ਼ਨ ਹੁੰਦੇ ਸੀ ਉਹਨਾਂ ਦੀ ਪ੍ਰਧਾਨਗੀ ਕੀਤੀ ਸੀ। ਉਸ ਤੋਂ ਬਾਅਦ ਜਿਹੜੀ ਫੀਮੇਲਸ ਹੈਗੀਆਂ ਉਹਨਾਂ ਦੇ ਵਿੱਚ ਸਰੋਜਨੀ ਨਾਇਡੂ ਆ ਜੂਗੀ। ਠੀਕ ਹੈ, ਸਰੋਜਨੀ ਨਾਇਡੂ ਭਾਰਤੀ ਸੀ ਜਿਹਨੇ ਕਿ ਪ੍ਰਧਾਨਗੀ ਕੀਤੀ ਸੀ, ਪਰ ਜੇ ਪੁੱਛਣ ਸਭ ਤੋਂ ਪਹਿਲੀ ਔਰਤ ਤਾਂ ਉਹ ਕੌਣ ਹੈ? ਐਨੀ ਬਸੰਤ। ਦੈਨ ਹੈਗਾ ਡਾਕਟਰ ਰਜਿੰਦਰ ਪ੍ਰਸਾਦ। ਡਾਕਟਰ ਰਜਿੰਦਰ ਪ੍ਰਸਾਦ ਕੀ ਸੀਗੇ? ਸਾਡੇ ਪਹਿਲੇ ਰਾਸ਼ਟਰਪਤੀ, ਹੈ ਨਾ, ਸਭ ਤੋਂ ਪਹਿਲੇ ਤੇ ਸਭ ਤੋਂ ਜ਼ਿਆਦਾ ਲੰਬਾ ਟਾਈਮ ਰਾਸ਼ਟਰਪਤੀ ਰਹਿਣ ਵਾਲੇ ਵੀ ਕੌਣ ਸੀਗੇ? ਡਾਕਟਰ ਰਜਿੰਦਰ ਪ੍ਰਸਾਦ। ਇਹਨਾਂ ਦੀ ਬੁੱਕ ਹੈਗੀ ਆ ਇੰਡੀਆ ਡਿਵਾਈਡਡ। ਠੀਕ ਹੈ ਜੀ, ਅੱਗੇ ਹੈ ਇੰਦਰਾ ਗਾਂਧੀ। ਇੰਦਰਾ ਗਾਂਧੀ ਦੇ ਬਾਰੇ ਚ ਗੱਲ ਕਰਦੇ ਆ ਤਾਂ ਇੰਦਰਾ ਗਾਂਧੀ ਫਸਟ ਤੇ ਓਨਲੀ ਪੀਐਮ ਆ ਇੰਡੀਆ ਦੀ। ਕਿਹੜੀ ਪੀਐਮ? ਫੀਮੇਲ। ਠੀਕ ਹੈ ਜੀ, ਫੀਮੇਲ ਪੀਐਮ ਆ ਪਹਿਲੀ, ਤੇ ਹਜੇ ਤੱਕ ਵੀ ਕੋਈ ਉਸ ਤੋਂ ਬਾਅਦ ਵੀ ਕੋਈ ਵੀ ਮਹਿਲਾ ਪ੍ਰਧਾਨ ਮੰਤਰੀ ਨਹੀਂ ਬਣੀ ਭਾਰਤ ਦੀ। ਤਾਂ ਭਾਰਤ ਦੀ ਜਿਹੜੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਜਾਂ ਇੱਕੋ ਇੱਕ ਪ੍ਰਧਾਨ ਮੰਤਰੀ ਮਹਿਲਾ ਜਿਹੜੀ ਰਹਿ ਚੁੱਕੀ ਉਹ ਕੌਣ ਸੀ? ਇੰਦਰਾ ਗਾਂਧੀ। ਫਿਰ ਹੈਗਾ ਖਾਨ ਅਬਦੁਲ ਗਫੂਰ ਖਾਨ। ਇਹਦਾ ਜੇ ਅਸੀਂ ਆਖੀਏ ਜੋ ਇੰਡੀਅਨ ਸਟਰਗਲ ਹੋਇਆ ਇੰਡੀਆ ਦੇ ਲਈ, ਇੰਡੀਆ ਨੂੰ ਆਜ਼ਾਦੀ ਦਿਵਾਉਣ ਦੇ ਲਈ, ਉਸ ਸਟਰਗਲ ਦੇ ਵਿੱਚ ਅਬਦੁਲ ਗਫੂਰ ਖਾਨ ਜੀ ਦਾ ਬਹੁਤ ਵੱਡਾ ਰੋਲ ਆ। ਠੀਕ ਹੈ, ਇਹਨਾਂ ਦੀ ਜਿਹੜੀ ਬੁੱਕ ਹੈਗੀ ਉਹਦਾ ਨਾਮ ਹੈਗਾ ਪਖਤੂਨ। ਤੇ ਜੇ ਪੁੱਛਣ ਕਿ ਅਬਦੁਲ ਗਫੂਰ ਖਾਨ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਤੇ ਇਹਨੂੰ ਆਖਦੇ ਹੈਗੇ ਆ ਸੀਮਾਂਤ ਗਾਂਧੀ ਜਾਂ ਫਰੰਟੀਅਰ ਗਾਂਧੀ ਜਾਂ ਪੰਜਾਬੀ ਦੇ ਵਿੱਚ ਸੀਮਾਂਤ ਗਾਂਧੀ, ਕਿਉਂਕਿ ਇਹ ਵੀ ਜਿਹੜਾ ਇੰਡੀਆ ਦੀ ਜਿਹੜੀ ਨੈਸ਼ਨਲ ਮੂਵਮੈਂਟ ਜੋ ਗਾਂਧੀ ਜੀ ਨੇ ਸ਼ੁਰੂ ਕੀਤੀ ਸੀ ਉਹਨੂੰ ਸਪਰੈਡ ਕਰ ਰਹੇ ਸੀ ਪਰ ਅਲੱਗ ਏਰੀਆ ਤੋਂ। ਠੀਕ ਹੈ ਜੀ, ਨੈਕਸਟ ਬੁੱਕ ਹੈਗੀ ਆਪਣੇ ਕੋਲ ਜਵਾਹਰ ਲਾਲ ਨਹਿਰੂ ਜੀ ਦੀ। ਜਵਾਹਰ ਲਾਲ ਨਹਿਰੂ ਕੀ ਸੀਗੇ? ਆਪਣੇ ਫਸਟ ਪੀਐਮ, ਪਹਿਲੇ ਪ੍ਰਧਾਨ ਮੰਤਰੀ ਭਾਰਤ ਦੇ। ਇਹਨਾਂ ਦੀ ਜੋ ਬੁੱਕ ਹੈ ਉਹ ਹੈਗੀ ਗਲਿੰਪਸਸ ਆਫ ਦਾ ਵਰਲਡ ਹਿਸਟਰੀ, ਸੰਸਾਰ ਦੀ ਹਿਸਟਰੀ ਦੀ ਝਲਕ। ਠੀਕ ਹੈ, ਗਲਿੰਪਸਸ ਹੁੰਦਾ ਝਲਕ। ਅੱਗੇ ਹੈਗਾ ਬੰਕਮ ਚੰਦਰ ਚੈਟਰਜੀ, ਮੋਸਟ ਇੰਪੋਰਟੈਂਟ ਬੁੱਕ। ਬੰਕਮ ਚੰਦਰ ਚੈਟਰਜੀ ਦੀ ਬੁੱਕ ਹੈਗੀ ਆ ਆਨੰਦ ਮੱਠ। ਠੀਕ ਹੈ ਜੀ, ਆਨੰਦ ਮੱਠ, ਜਿਹਦੇ ਵਿੱਚੋਂ ਸਾਡਾ ਜੋ ਰਾਸ਼ਟਰੀ ਗੀਤ ਹੈ ਵੰਦੇ ਮਾਤਰਮ। ਠੀਕ ਹੈ ਜੀ, ਰਾਸ਼ਟਰੀ ਗੀਤ ਵੰਦੇ ਮਾਤਰਮ ਕਿੱਥੋਂ ਲਿਆ ਗਿਆ ਹੈਗਾ? ਆਨੰਦ ਮੱਠ ਬੁੱਕ ਦੇ ਵਿੱਚੋਂ। ਦੈਨ ਹੈ ਆਪਣੇ ਕੋਲ ਮੁਨਸ਼ੀ ਪ੍ਰੇਮ ਚੰਦ। ਠੀਕ ਹੈ, ਇਹਨਾਂ ਦੇ ਅਸੀਂ ਛੋਟੇ ਹੁੰਦੇ ਨਾਟਕ ਵੀ ਦੇਖਦੇ ਹੁੰਦੇ ਸੀ, ਮਾਲ ਗੁੱਡੀ, ਹੈ ਨਾ। ਤਾਂ ਇਹ ਮੁਨਸ਼ੀ ਪ੍ਰੇਮ ਚੰਦ ਵੀ ਬਹੁਤ ਜ਼ਿਆਦਾ ਇੱਕ ਬੈਸਟ ਰਾਈਟਰ ਰਹੇ ਨੇ। ਹਿੰਦੀ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ। ਇਹਨਾਂ ਦੀ ਜਿਹੜੀ ਬਹੁਤ ਫੇਮਸ ਬੁੱਕ ਆ ਉਹ ਹੈਗੀ ਆ ਰੰਗ ਭੂਮੀ। ਠੀਕ ਹੈ, ਤੇ ਗੋਦਾਨ। ਠੀਕ ਹੈ, ਦੋ ਪ੍ਰਮੁੱਖ ਬੁੱਕਸ ਆ। ਅੱਗੇ ਹੈਗਾ ਅਮਰਤਿਆ ਸੇਨ। ਅਮਰਤਿਆ ਸੇਨ ਆ ਜਿਹੜੇ ਇਕਨੋਮਿਸਟ ਨੇ, ਅਰਥ ਸ਼ਾਸਤਰੀ ਨੇ, ਇਕਨੋਮਿਕਸ ਦੇ ਫੀਲਡ ਦੇ ਵਿੱਚ ਕੰਮ ਕਰਦੇ ਆ ਅਮਰਤਿਆ ਸੇਨ। ਇਹਨਾਂ ਦੀਆਂ ਦੋ ਇੰਪੋਰਟੈਂਟ ਬੁੱਕਸ ਨੇ, ਡਿਵੈਲਪਮੈਂਟ ਐਜ਼ ਫਰੀडम ਤੇ ਦਾ ਆਈਡੀਆ ਆਫ ਜਸਟਿਸ। ਦੋ ਇੰਪੋਰਟੈਂਟ ਆ, ਪਹਿਲੀ ਬੁੱਕ ਹੈਗੀ ਆ ਡਿਵੈਲਪਮੈਂਟ ਐਜ਼ ਫਰੀडम, ਦੂਜੀ ਬੁੱਕ ਹੈਗੀ ਆ ਦਾ ਆਈਡੀਆ ਆਫ ਜਸਟਿਸ। ਉਸ ਤੋਂ ਬਾਅਦ ਆ ਗਏ ਅਰਬਿੰਦੋ ਘੋਸ਼ ਵੀ ਆ ਜਿਹੜੇ ਬਾਲ ਪਾਲ ਤੇ ਲਾਲ, ਇਹਨਾਂ ਦੇ ਵਿੱਚੋਂ ਇੱਕ ਸੀ, ਨਾ। ਤੇ ਇਹਨਾਂ ਨੇ ਜਿਹੜੀ ਬੁੱਕ ਲਿਖੀ ਆ ਉਹ ਕਿਹੜੀ ਲਿਖੀ ਆ? ਲਾਈਫ ਡਿਵਾਈਨ। ਠੀਕ ਹੈ, ਇਹਨਾਂ ਦਾ ਵੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਨੈਕਸਟ ਬੁੱਕ ਆਪਣੇ ਕੋਲ V.D. ਸਾਵਰਕਰ। बुक का नाम हैगा इंडिया वार ऑफ स्ट्रगल। ठीक है, इंडिया वार ऑफ स्ट्रगल
ਭਾਰਤ ਦਾ ਸੰਘਰਸ਼, ਠੀਕ ਹੈ, ਭਾਰਤ ਦਾ ਜਿਹੜਾ ਸੰਘਰਸ਼ ਸੀਗਾ ਇਹ ਕਿਹਦੇ ਬਾਰੇ ਚ ਬੁੱਕ ਆ 1857 ਦੇ ਵਿਦਰੋਹ ਦੇ ਬਾਰੇ ਚ, ਠੀਕ ਹੈ ਜੀ। ਇੰਡੀਅਨ ਵਾਰ ਆਫ ਸਟਰਗਲ, ਇਹਨੇ 1857 ਦੇ ਵਿਦਰੋਹ ਨੂੰ ਫਸਟ ਇੰਡੀਅਨ ਵਾਰ ਆਫ ਸਟਰਗਲ ਦੇ ਤੌਰ ਤੇ ਘੋਸ਼ਿਤ ਕੀਤਾ। ਇਸ ਦਾ ਬੁੱਕ ਦਾ ਨਾਮ ਕੀ ਆ ਇੰਡੀਅਨ ਵਾਰ ਆਫ ਸਟਰਗਲ। ਦੈਨ ਹੈਗੀ ਆ ਮੈਰੀ ਕੌਮ ਪਲੇਅਰ ਆ, ਬਾਕਸਰ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ। ਇਹਦੀ ਬੁੱਕ ਮੋਸਟ ਇੰਪੋਰਟੈਂਟ ਬੁੱਕ ਆ, ਆਟੋਬਾਇਓਗ੍ਰਾਫੀ ਆ ਇਹਦੀ, ਆਤਮ ਕਥਾ ਮੈਰੀ ਕੌਮ ਦੀ, ਨਾਮ ਕੀ ਹੈਗਾ ਅਨਬ੍ਰੇਕੇਬਲ, ਠੀਕ ਹੈ, ਅਨਬ੍ਰੇਕੇਬਲ। ਦੈਨ ਹੈਗਾ ਸਲਮਾਨ ਰਸ਼ੀਦੀ ਦੀ ਜਿਹੜੀ ਇੰਪੋਰਟੈਂਟ ਬੁੱਕ ਹੈ, ਇੱਕ ਤਾਂ ਹੈ ਸ਼ੇਮ ਤੇ ਦੂਜੀ ਹੈ ਮਿਡਨਾਈਟ ਚਿਲਡਰਨ, ਠੀਕ ਹੈ ਜੀ। ਕਿਹਦੀ ਬੁੱਕ ਆ ਸਲਮਾਨ ਰਸ਼ੀਦੀ ਦੀ। ਨੈਕਸਟ ਬੁੱਕ ਹੈਗੀ ਆ ਸ਼ੋਭਾ ਡੇ, ਬੁੱਕ ਦਾ ਨਾਮ ਕੀ ਆ ਸੁਪਰਸਟਾਰ ਇੰਡੀਆ, ਠੀਕ ਹੈ, ਸੁਪਰਸਟਾਰ ਇੰਡੀਆ, ਬੁੱਕ ਦਾ ਨਾਮ ਕੀ ਆ ਸੁਪਰਸਟਾਰ ਇੰਡੀਆ, ਫਰੋਮ ਇਨਕ੍ਰੈਡੀਬਲ ਟੂ ਅਨਸਟੋਪੇਬਲ, ਠੀਕ ਹੈ ਜੀ। ਦੈਨ ਹੈਗਾ ਅਰੁੰਧਤੀ ਰਾਏ, ਠੀਕ ਹੈ, ਅਰੁੰਧਤੀ ਰਾਏ ਦੀ ਬੁੱਕ ਹੈਗੀ ਆ ਦ ਗॉड ਆਫ ਸਮਾਲ ਥਿੰਗਸ, ਦੀ ਲੇਟੈਸਟ ਬੁੱਕ ਆ ਗॉड ਆਫ ਸਮਾਲ ਥਿੰਗਸ, ਠੀਕ ਹੈ। ਨੈਕਸਟ ਬੁੱਕ ਹੈਗੀ ਆ ਦ ਐਲਜੈਬਰਾ ਆਫ ਇਨਫਿਨਿਟ ਜਸਟਿਸ, ਠੀਕ ਹੈ ਜੀ। ਤਾਂ ਮੋਸਟ ਇੰਪੋਰਟੈਂਟ ਬੁੱਕ ਦਾ ਗॉड ਆਫ ਸਮਾਲ ਥਿੰਗਸ ਅਰੁੰਧਤੀ ਰਾਏ, ਠੀਕ ਹੈ। ਨੈਕਸਟ ਬੁੱਕ ਹੈਗੀ ਆ ਸ਼ਸ਼ੀ ਥਰੂਰ ਦੀ, ਬੁੱਕ ਦਾ ਨਾਮ ਹੈਗਾ ਪਹਿਲੀ ਦਾ ਦ ਗ੍ਰੇਟ ਇੰਡੀਅਨ ਨਾਵਲ, ਤੇ ਨੈਕਸਟ ਬੁੱਕ ਹੈਗੀ ਆ ਇੰਡੀਆ ਫਰੋਮ ਮਿਡਨਾਈਟ ਟੂ ਮਿਲੇਨੀਅਮ, ਠੀਕ ਹੈ, ਭਾਰਤ ਮਿਡਨਾਈਟ ਤੋਂ ਲੈ ਕੇ ਮਿਲੇਨੀਅਮ ਤੱਕ ਦੇ ਨਾਲ ਰਿਲੇਟਡ ਬੁੱਕ ਹੈਗੀ ਆ ਸ਼ਸ਼ੀ ਥਰੂਰ ਦੀ। ਨੈਕਸਟ ਬੁੱਕ ਹੈਗੀ ਆ ਨਰਿੰਦਰ ਮੋਦੀ ਜੀ, ਸਾਡੇ ਕਰੰਟ PM, ਠੀਕ ਹੈ। ਕਨਵੀਨੀਅੰਟ ਐਕਸ਼ਨ, ਬੁੱਕ ਦਾ ਨਾਮ ਹੈਗਾ ਕਨਵੀਨੀਅੰਟ ਐਕਸ਼ਨ ਗੁਜਰਾਤ's ਰਿਸਪੌਂਸ ਟੂ ਕਲਾਈਮੇਟ ਚੇਂਜ, ਜੋ ਵਾਤਾਵਰਣ ਦੇ ਵਿੱਚ ਚੇਂਜਸ ਹੋਈਆਂ ਉਹ 'ਚ ਗੁਜਰਾਤ ਦਾ ਕੀ ਰਿਸਪੌਂਸ ਰਿਹਾ ਉਹਦੇ ਨਾਲ ਰਿਲੇਟਡ ਬੁੱਕ ਲਿਖੀ ਆ ਨਰਿੰਦਰ ਮੋਦੀ ਜੀ ਨੇ। ਨੈਕਸਟ ਬੁੱਕ ਹੈਗੀ ਆ ਸਚਿਨ ਤੇਂਦੁਲਕਰ ਦੀ, ਤੁਹਾਨੂੰ ਸਾਰਿਆਂ ਨੂੰ ਪਤਾ ਕ੍ਰਿਕਟਰ ਨੇ, ਇਹਨਾਂ ਨੇ ਜਿਹੜੀ ਬੁੱਕ ਲਿਖੀ ਉਹ ਹੈਗੀ ਆ ਪਲੇਇੰਗ ਇਟਸ ਮਾਈ ਵੇ, ਠੀਕ ਹੈ ਜੀ। ਤਾਂ ਇਹ ਸੀਗੀਆਂ ਕੁਝ ਪੁਰਾਣੀਆਂ ਬੁੱਕਸ ਜਿਹੜੀਆਂ ਲਿਖੀਆਂ ਜਾ ਚੁੱਕੀਆਂ। ਜਿਹੜੀਆਂ ਲੇਟੈਸਟ ਬੁੱਕਸ ਨੇ ਉਹ ਪੇਡ ਗਰੁੱਪ ਦੇ ਵਿੱਚ ਜਿਹੜੇ ਬੱਚਿਆਂ ਨੇ ਪੇਡ ਗਰੁੱਪ ਜੁਆਇਨ ਕੀਤਾ ਹੋਇਆ ਉਹਨਾਂ ਨੂੰ ਉਹਦੇ ਵਿੱਚ ਪ੍ਰੋਵਾਈਡ ਕਰਾ ਦਿੱਤੀਆਂ ਜਾਣਗੀਆਂ। ਤੇ ਇਹ ਬੁੱਕਸ ਹੈਗੀਆਂ ਜਿਹੜੀਆਂ ਸਾਰਿਆਂ ਦੇ ਲਈ ਇੰਪੋਰਟੈਂਟ ਆ। ਬੇਸ਼ੱਕ ਮੈਂ ਇਹ ਬੁੱਕਸ NTT ਦੇ ਲਈ ਕਰਾਈਆਂ, ਪਰ ਜੇ ਤੁਸੀਂ ਕਿਸੇ ਹੋਰ ਪੇਪਰ ਦੇ ਵਿੱਚ ਵੀ ਐਫਰਟਸ ਕਰ ਰਹੇ ਹੋ ਤਾਂ ਤੁਹਾਡੇ ਸਾਰਿਆਂ ਲਈ ਇਹ ਬੁੱਕਸ ਕਾਮਨਲੀ ਇੰਪੋਰਟੈਂਟ ਨੇ। ਪਰ ਡੈਫੀਨੇਟਲੀ ਕਲਾਸ ਅੱਜ NTT ਦੇ ਲਈ ਹੈ, ਇਸ ਕਰਕੇ ਤੁਸੀਂ ਜਿਹੜਾ ਹੈਗਾ ਇਹਦੀ ਪ੍ਰੈਪਰੇਸ਼ਨ ਚੰਗੀ ਤਰ੍ਹਾਂ ਕਰੋ। ਇਹਨਾਂ ਬੁੱਕਸ ਤੇ ਰੱਟੇ ਨਾ ਮਾਰੋ, ਸਿਰਫ ਇਹਨਾਂ ਦੇ ਵਿੱਚੋਂ ਗੋ ਥਰੂ ਹੋਵੋ। 2-3 ਵਾਰ ਤੁਸੀਂ ਪੜ੍ਹੋਗੇ ਤੁਹਾਡੇ ਅੱਖਾਂ ਦੇ ਸਾਹਮਣੇ ਇਹ ਬੁੱਕਸ ਰਹਿਣ ਲੱਗ ਜਾਣਗੀਆਂ। ਫਿਰ ਤੁਹਾਨੂੰ ਜਦੋਂ ਵੀ MCQs ਆਉਣਗੇ ਪੇਪਰ ਦੇ ਵਿੱਚ ਤਾਂ ਤੁਹਾਨੂੰ ਚੂਜ਼ ਕਰਨਾ ਸੌਖਾ ਹੋ ਜਾਂਦਾ। ਥੈਂਕ ਯੂ ਸੋ ਮਚ। ਨੈਕਸਟ ਕਲਾਸ ਦੇ ਵਿੱਚ ਮਿਲਦੇ ਆ ਨਵੇਂ ਟੌਪਿਕ ਦੇ ਨਾਲ।